Hi, this is ईशान अग्रवाल। आई ਵੈਲਕਮ ਯੂ ਆਲ ਟੂ ਦਾ ਮਿਹਨਤੀ ਬੱਚੇ ਚੈਨਲ। ਆਈ ਹੋਪ ਤੁਹਾਨੂੰ ਮੇਰਾ ਫਸਟ ਲੈਕਚਰ ਸਾਰਿਆਂ ਨੂੰ ਸਮਝ ਆ ਗਿਆ ਹੋਊਗਾ। ਅੱਜ ਦਾ ਲੈਕਚਰ ਬਹੁਤ ਇੰਪੋਰਟੈਂਟ ਲੈਕਚਰ ਹੈ, ਜਿਸ ਦੇ ਵਿੱਚ ਆਪਾਂ ਐਸੈਟਸ ਐਂਡ ਲਾਇਬਿਲਿਟੀਜ਼ ਬਾਰੇ ਪੜਾਂਗੇ ਕਿ ਇਹ ਕੀ ਹੁੰਦੀਆਂ ਨੇ। ਅਕਾਊਂਟਸ ਇੱਕ ਐਸੀ ਚੀਜ਼ ਹੈ ਜਿਸ 'ਚ ਸਾਰੀ ਚੀਜ਼ਾਂ ਆਪਸ 'ਚ ਇੰਟਰਲਿੰਕ ਹੁੰਦੀਆਂ ਨੇ, ਤੋ ਇਸ ਲਈ ਹਰ ਇੱਕ ਟਰਮ ਨੂੰ ਤੁਸੀਂ ਧਿਆਨ ਨਾਲ ਸਮਝਣਾ ਹੈ। ਅੱਜ ਦਾ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ 3 ਕੁਐਸਚਨ ਦਿਖਾਊਂਗਾ, ਜਿਸ ਦਾ ਤੁਹਾਨੇ ਆਨਸਰ ਕਮੈਂਟ ਬਾਕਸ 'ਚ ਲਿਖਣਾ ਹੈ ਤੇ ਮੈਂ ਵੀਡੀਓ ਦੇ ਲਾਸਟ 'ਚ ਉਹਨਾਂ ਦੇ ਆਨਸਰ ਤੁਹਾਡੇ ਨਾਲ ਡਿਸਕਸ ਕਰੂੰਗਾ। ਸੋ ਚਲੋ ਅੱਜ ਆਪਾਂ ਆਪਣਾ ਲੈਕਚਰ ਸ਼ੁਰੂ ਕਰਦੇ ਹਾਂ। ਆਪਣਾ ਫਰਸਟ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਟਰਮ ਆਲਸੋ ਨੋਨ ਐਜ਼ ਪੀਰੀਓਡਿਸਿਟੀ ਅਜ਼ੰਪਸ਼ਨ। ਇਹਨਾਂ 'ਚੋਂ ਕਿਹੜੀ ਐਸੀ ਟਰਮ ਹੈ ਜਿਹਨੂੰ ਆਪਾਂ ਪੀਰੀਓਡਿਸਿਟੀ ਅਜ਼ੰਪਸ਼ਨ ਵੀ ਕਹਿੰਦੇ ਆ। ਆਈ ਹੋਪ ਤੁਹਾਨੂੰ ਇਹਦਾ ਆਨਸਰ ਪਤਾ ਹੋਊਗਾ, ਬਹੁਤ ਸਿੰਪਲ ਕੁਐਸਚਨ ਹੈ ਇਹ। ਸੈਕਿੰਡ, ਰੈਵਨਿਊ ਇਜ਼ ਜਨਰਲੀ ਰਿਕੋਗਨਾਈਜ਼ਡ ਐਟ ਦਾ ਪੁਆਇੰਟ ਆਫ ਦਾ ਸੇਲ। ਜੋ ਆਪਣਾ ਰੈਵਨਿਊ ਹੈ, ਜਦੋਂ ਆਪਾਂ ਸੇਲ ਕਰ ਦਿੰਦੇ ਹਾਂ ਉਦੋਂ ਹੀ ਆਪਾਂ ਉਹਨੂੰ ਮੰਨ ਲੈਂਦੇ ਹਾਂ ਕਿ ਆਪਾਂ ਨੂੰ ਜੋ ਰੈਵਨਿਊ ਹੈ ਜਨਰੇਟ ਹੋ ਗਿਆ। ਸੋ ਐਸਾ ਕਿਹੜਾ ਪ੍ਰਿੰਸੀਪਲ ਹੈ ਜੋ ਇਹ ਚੀਜ਼ ਆਪਾਂ ਨੂੰ ਦੱਸਦਾ ਹੈ। ਥਰਡ ਕੁਐਸਚਨ, the assumption that business enterprise will not be sold or liquidated in the near future। ਐਸਾ ਕਿਹੜਾ ਆਪਣਾ ਐਜ਼ੰਪਸ਼ਨ ਹੈ ਜੋ ਆਪਾਂ ਨੂੰ ਕਹਿੰਦਾ ਕਿ ਜਿਹੜਾ ਆਪਣਾ ਬਿਜ਼ਨਸ ਹੈ ਉਹ ਆਪਾਂ ਨੂੰ ਵੇਚਾਂਗੇ ਨਹੀਂ ਤੇ ਆਪਣਾ ਲੌਂਗ ਰਨ ਲਈ ਚੱਲਦਾ ਰਹੂਗਾ। ਤਾਂ ਤੁਹਾਨੂੰ ਇਹਦੀ ਵੀ ਮੈਂ ਇੱਕ ਨਿਸ਼ਾਨੀ ਦੱਸੀ ਸੀਗੀ। ਤਾਂ ਇਹ ਕੁਐਸਚਨਸ ਬਹੁਤ ਸਿੰਪਲ ਪਾਇਆ ਮੈਂ, ਆਈ ਹੋਪ ਤੁਹਾਨੂੰ ਆਉਂਦੇ ਹੋਣਗੇ। ਸੋ ਤੁਸੀਂ ਕਮੈਂਟ ਬਾਕਸ 'ਚ ਇਹਨਾਂ ਦੇ ਆਨਸਰ ਲਿਖਣੇ ਆ ਤੇ ਵੀਡੀਓ ਦੇ ਲਾਸਟ 'ਚ ਆਪਾਂ ਇਹ ਸਭ ਕੁਝ ਸ਼ੇਅਰ ਕਰਾਂਗੇ। ਸਭ ਤੋਂ ਪਹਿਲਾਂ ਪੜਾਂਗੇ ਕਿ ਐਸੈਟਸ ਕੀ ਹੁੰਦਾ ਹੈ। ਦ ਥਿੰਗਸ ਵਿਚ ਹੈਲਪਸ ਟੂ ਜਨਰੇਟ ਇਨਕਮ ਫॉर ਦ ਬਿਜ਼ਨਸ ਔਰ ਵਿਚ ਦਾ ਬਿਜ਼ਨਸ ਓਨਸ। ਉਹ ਚੀਜ਼ਾਂ ਜਿਹੜੀਆਂ ਆਪਣੀ ਬਿਜ਼ਨਸ ਹੈਲਪ ਕਰਦੀਆਂ ਨੇ ਆਪਾਂ ਨੂੰ ਇਨਕਮ ਜਨਰੇਟ ਕਰਨ ਲਈ, ਜਾਂ ਫਿਰ ਉਹ ਚੀਜ਼ ਜਿਹੜੀ ਬਿਜ਼ਨਸ ਦੀ ਖੁਦ ਦੀ ਹੁੰਦੀ ਆ ਉਹਨੂੰ ਆਪਾਂ ਐਸੈਟਸ ਕਹਿੰਦੇ ਆ। ਫੋਰ ਐਗਜ਼ਾਮਪਲ, ਮੈਂ ਕੋਈ ਕੈਮਰਾ ਖਰੀਦਣ ਜਾਂਦਾ ਅਤੇ ਮੈਂ ਕੈਮਰਾ ਖਰੀਦ ਕੇ ਫੋਟੋਜ਼ ਵਗੈਰਾ ਕਲਿੱਕ ਕਰਦਾ ਅਤੇ ਉਹ ਫੋਟੋਜ਼ ਨੂੰ ਮੈਂ ਮੀਡੀਆ 'ਤੇ ਅਪਲੋਡ ਕਰ ਦਿੰਦਾ। ਕਿਉਂਕਿ ਮੇਰਾ ਇਹ ਸ਼ੌਂਕ ਹੈ। ਤਾਂ ਜਿਹੜਾ ਮੇਰਾ ਕੈਮਰਾ ਹੋਊਗਾ ਤਾਂ ਉਹ ਮੇਰੇ ਲਈ ਇੱਕ ਨੋਰਮਲ ਥਿੰਗ ਹੋਊਗੀ, ਮੇਰੇ ਲਈ ਉਹ ਐਸੈਟ ਨਹੀਂ ਹੈਗੀ। ਅਤੇ ਇਹੀ ਅਗਰ ਮੈਂ ਕੋਈ ਪ੍ਰੋਫੈਸ਼ਨਲ ਫੋਟੋਗ੍ਰਾਫਰ ਹੁੰਦਾ ਅਤੇ ਮੈਂ ਕੈਮਰਾ ਪਰਚੇਸ ਕਰਕੇ ਫੋਟੋਜ਼ ਕਲਿੱਕ ਕਰਦਾ ਅਤੇ ਉਹਨਾਂ ਨੂੰ ਅੱਗੇ ਮੈਂ ਸੇਲ ਕਰਦਾ, ਤਾਂ ਉਹੀ ਕੈਮਰਾ ਮੇਰੇ ਲਈ ਉਹ ਐਸੈਟ ਹੁੰਦਾ। ਕਿਉਂਕਿ ਮੈਂ ਕੈਮਰੇ ਦੇ ਨਾਲ ਫੋਟੋਜ਼ ਖਿੱਚ ਕੇ ਉਹ ਤੋਂ ਇੱਕ ਇਨਕਮ ਜਨਰੇਟ ਕਰ ਰਿਹਾ। ਸੋ ਇਹ ਚੀਜ਼ ਐਸੈਟ ਹੋ ਗਈ। ਐਸੈਟ ਆਪਣੀ 4 ਟਾਈਪ ਦੀ ਹੁੰਦੀ ਹੈ: ਫਿਕਸ ਐਸੈਟਸ, ਕਰੰਟ ਐਸੈਟਸ, ਟੈਂਜੀਬਲ ਐਸੈਟਸ ਅਤੇ ਇਨਟੈਂਜੀਬਲ ਐਸੈਟਸ। ਫਿਕਸ ਐਸੈਟਸ ਆਪਾਂ ਪੜਾਂਗੇ ਕੀ ਹੁੰਦਾ ਹੈ। These are the long term assets which can be used for more than 1 year। ਇਹ ਉਹ ਐਸੈਟਸ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਆਪਣੇ ਬਿਜ਼ਨਸ 'ਚ 1 ਸਾਲ ਤੋਂ ਜ਼ਿਆਦਾ ਲਈ ਆਪਾਂ ਰੱਖਦੇ ਹਾਂ। ਫੋਰ ਐਗਜ਼ਾਮਪਲ, ਲੈਂਡ। ਹੁਣ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਨਾ ਹੈ ਤਾਂ ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਲੈਂਡ ਵੀ ਤਾਂ ਚਾਹੀਦੀ ਹੋਊਗੀ ਜਿਸ ਦੇ ਉੱਪਰ ਬੈਠ ਕੇ ਤੁਸੀਂ ਆਪਣਾ ਕੰਮ ਵਗੈਰਾ ਕਰ ਸਕੋ। ਤਾਂ ਉਹ ਲੈਂਡ ਤੁਹਾਨੂੰ ਇੱਕ ਇਨਕਮ ਜਨਰੇਟ ਕਰਕੇ ਦੇ ਰਹੀ ਹੈ ਕਿਉਂਕਿ ਤੁਸੀਂ ਉਹਦੇ ਉੱਪਰ ਆਪਣਾ ਬਿਜ਼ਨਸ ਕਰ ਰਹੇ ਹੋ। ਅਤੇ ਐ ਤਾਂ ਹੈ ਨਹੀਂ ਆਪਾਂ ਲੈਂਡ 1 ਸਾਲ ਤੋਂ ਪਹਿਲਾਂ ਵੇਚ ਦਾਂਗੇ। ਜਦ ਤੱਕ ਆਪਣਾ ਬਿਜ਼ਨਸ ਚੱਲਦਾ ਰਹੂਗਾ ਤਾਂ ਲੈਂਡ ਵੀ ਉਹ ਆਪਣੇ ਕੋਲ ਹੀ ਰਹੂਗੀ। ਸੋ ਲੈਂਡ ਹੈ ਜਿਹੜੀ ਆਪਣੀ ਉਹ ਫਿਕਸ ਐਸੈਟ ਹੋਗੀ। ਉਸ ਤੋਂ ਬਾਅਦ ਆਉਂਦਾ ਆਪਣਾ ਬਿਲਡਿੰਗ। ਆਪਾਂ ਕਿਸੇ ਬਿਲਡਿੰਗ, ਹੁਣ ਲੈਂਡ ਦੇ ਉੱਪਰ ਆਪਾਂ ਬਿਲਡਿੰਗ ਬਣਾਵਾਂਗੇ ਜਿਹਦੇ ਵਿੱਚ ਬੈਠ ਕੇ ਆਪਾਂ ਬਿਜ਼ਨਸ ਕਰਾਂਗੇ। ਸੋ ਬਿਲਡਿੰਗ ਵੀ ਆਪਣਾ ਕੀ ਹੈ, ਇੱਕ ਫਿਕਸ ਐਸੈਟ। ਕਾਰ, ਹੁਣ ਅਗਰ ਤੁਸੀਂ ਕਾਰ ਆਪਣੇ ਬਿਜ਼ਨਸ ਯੂਜ਼ ਲਈ ਲੈ ਰਹੇ ਹੋ ਕਿ ਤੁਸੀਂ ਅਗਰ ਆਪਣਾ ਮਾਲ ਟਰਾਂਸਪੋਰਟ ਕਰੋਗੇ ਉਸ 'ਚ, ਜਾਂ ਫਿਰ ਤੁਸੀਂ ਟੈਕਸੀ ਪਾ ਲਈ ਜਿਸ ਤੋਂ ਇਨਕਮ ਜਨਰੇਟ ਕਰ ਰਹੇ ਹੋ, ਤਾਂ ਉਹ ਕਾਰ ਤਾਂ ਤੁਹਾਡੇ ਲਈ ਹੋਗੀ ਐਸੈਟ। ਅਗਰ ਤੁਸੀਂ ਕਾਰ ਨੂੰ ਲਿੱਤਾ ਆਪਣੀ ਫੈਮਿਲੀ ਯੂਜ਼ ਕਰਕੇ, ਸਪੋਜ਼ ਕਰੋ ਕਿਸੇ ਫਾਦਰ ਨੇ ਆਪਣੇ ਬੇਟੇ ਨੂੰ ਕਾਰ ਲੈ ਕੇ ਦਿੱਤੀ ਹੈ, ਤਾਂ ਉਹ ਕਾਰ ਉਹਨਾਂ ਲਈ ਐਸੈਟ ਨਹੀਂ ਹੋਈ, ਉਹ ਇੱਕ ਨੋਰਮਲ ਥਿੰਗ ਮੰਨਾਂਗੇ। ਇਕਵਿਪਮੈਂਟ ਜੋ ਆਪਾਂ ਆਪਣੇ ਬਿਜ਼ਨਸ 'ਚ ਯੂਜ਼ ਕਰਦੇ ਹਾਂ, ਫਰਨੀਚਰ ਹੋ ਗਿਆ ਜਿਹੜਾ ਬਿਜ਼ਨਸ 'ਚ ਯੂਜ਼ ਕਰਦੇ ਹਾਂ, ਅਤੇ ਮਸ਼ੀਨਸ ਹੋ ਗਈਆਂ ਜਿਨ੍ਹਾਂ ਤੋਂ ਆਪਾਂ ਇਨਕਮ ਜਨਰੇਟ ਕਰਦੇ ਹਾਂ, ਸਾਰੀਆਂ ਆਪਣੀਆਂ ਫਿਕਸ ਐਸੈਟ ਹੋ ਗਈਆਂ ਕਿਉਂਕਿ ਇਹ ਲੌਂਗ ਟਰਮ ਤੱਕ ਚੱਲਦੀਆਂ ਨੇ। ਕਰੰਟ ਐਸੈਟਸ, these are the short term assets which can be liquidated within 1 year। ਇਹ ਉਹ ਐਸੈਟਸ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ 1 ਸਾਲ ਤੋਂ ਪਹਿਲਾਂ ਲਿਕੁਇਡੇਟ ਕਰ ਦਿੰਦੇ ਹਾਂ, ਯਾਨੀ ਕਿ ਆਪਾਂ ਇਨ ਕੈਸ਼ ਕਰਵਾ ਲੈਂਦੇ ਹਾਂ, ਵੇਚ ਦਿੰਦੇ ਹਾਂ। ਫੋਰ ਐਗਜ਼ਾਮਪਲ, ਡੈਟਰਸ, ਕੈਸ਼, ਬੈਂਕ ਬੈਲੈਂਸ, ਇਨਵੈਂਟਰੀ ਔਰ ਪ੍ਰੀਪੇਡ ਐਕਸਪੈਂਸਿਸ। ਦੇਖੋ ਡੈਟਰਸ ਕੀ ਹੁੰਦੇ ਨੇ। ਡੈਟਰਸ ਉਹ ਹੁੰਦੇ ਨੇ ਜਿਨ੍ਹਾਂ ਤੋਂ ਆਪਾਂ ਨੇ ਪੈਸਾ ਲੈਣਾ ਹੈ, ਆਪਾਂ ਨੇ ਜਿਨ੍ਹਾਂ ਨੂੰ ਉਧਾਰ 'ਤੇ ਮਾਲ ਵੇਚਿਆ ਹੈ ਅਤੇ ਉਹਨਾਂ ਤੋਂ ਆਪਾਂ ਨੇ ਪੈਸਾ ਲੈਣਾ, ਉਹਨੂੰ ਆਪਾਂ ਡੈਟਰਸ ਕਹਿੰਦੇ ਹਾਂ। ਅਤੇ ਡੈਟਰਸ ਦਾ ਇੱਕ ਹੋਰ ਟਰਮ ਯੂਜ਼ ਕਰ ਲੈਂਦੇ ਹੁੰਦੇ ਆ, ਅਕਾਊਂਟ ਰਿਸੀਵੇਬਲਸ। ਰਿਸੀਵੇਬਲ ਮਤਲਬ ਹਜੇ ਆਪਾਂ ਨੇ ਪੈਸਾ ਲੈਣਾ ਹੈ। ਸੋ ਜਿਹਨੂੰ ਆਪਾਂ ਨੇ ਔਨ ਕ੍ਰੈਡਿਟ ਸਮਾਨ ਵੇਚਿਆ ਹੈ ਉਹਨੂੰ ਆਪਾਂ ਕਹਿ ਦਿੰਦੇ ਹਾਂ ਡੈਟਰਸ। ਸੇਲ ਔਨ
ਕ੍ਰੈਡਿਟ। ਕੈਸ਼ ਜੋ ਆਪਣੇ ਬਿਜ਼ਨਸ 'ਚ ਪਿਆ ਹੁੰਦਾ, ਬੈਂਕ ਬੈਲੈਂਸ ਜੋ ਆਪਣਾ ਬਿਜ਼ਨਸ ਦਾ ਪੈਸਾ ਬੈਂਕ 'ਚ ਪਿਆ, ਇਨਵੈਂਟਰੀ ਐਂਡ ਸਟਾਕ। ਪ੍ਰੀਪੇਡ ਐਕਸਪੈਂਸਿਸ। ਪ੍ਰੀਪੇਡ ਐਕਸਪੈਂਸਿਸ ਕੀ ਹੁੰਦੇ ਨੇ? ਪ੍ਰੀ ਮਤਲਬ ਪਹਿਲਾਂ, ਜਿਹੜੇ ਐਕਸਪੈਂਸਿਸ ਆਪਾਂ ਔਕਰ ਹੋਣ ਤੋਂ ਪਹਿਲਾਂ ਹੀ ਪੇ ਕਰ ਦਿੰਦੇ ਹਾਂ ਉਹਨਾਂ ਨੂੰ ਆਪਾਂ ਪ੍ਰੀਪੇਡ ਐਕਸਪੈਂਸਿਸ ਕਹਿੰਦੇ ਹਾਂ। ਸਪੋਜ਼ ਕਰੋ ਕਿਸੇ ਵਰਕਰ ਦੀ ਸੈਲਰੀ ਆਪਾਂ ਨੇ 3 ਮਹੀਨੇ ਦੀ ਇਕੱਠੀ ਦੇਤੀ, ਆਉਣ ਵਾਲੇ 3 ਮਹੀਨੇ ਦੀ ਇਕੱਠੀ ਦੇਤੀ, ਤਾਂ ਫਿਰ ਉਹ ਜਿਹੜਾ ਹੋਊਗਾ ਉਹ ਪ੍ਰੀਪੇਡ ਐਕਸਪੈਂਸ ਉਹ ਆਪਣੇ ਲਈ ਇੱਕ ਐਸੈਟ ਮੰਨੀ ਜਾਊਗੀ। ਕਿਉਂ? ਹਜੇ ਤੁਹਾਡਾ ਖਰਚਾ ਖੜਾ ਹੋਇਆ ਨਹੀਂਗਾ ਕਿ ਤੁਹਾਨੇ ਉਹਨੂੰ ਪਹਿਲਾਂ ਹੀ ਪੇ ਕਰਤਾ। ਸੋ ਇਹ ਚੀਜ਼ਾਂ ਵੀ ਆਪਣੇ ਲਈ ਇੱਕ ਐਸੈਟ ਮੰਨੀ ਜਾਂਦੀ ਹੈ। ਟੈਂਜੀਬਲ ਐਸੈਟਸ। These assets have physical existence which mean it can be touched। ਜਿਹੜੀ ਐਸੈਟ ਨੂੰ ਆਪਾਂ ਟੱਚ ਕਰ ਸਕੀਏ ਉਹ ਆਪਣੀ ਹੋਗੀ ਟੈਂਜੀਬਲ ਐਸੈਟ, ਜਿਵੇਂ ਲੈਂਡ, ਬਿਲਡਿੰਗ, ਕਾਰ, ਇਕਵਿਪਮੈਂਟ, ਫਰਨੀਚਰ, ਮਸ਼ੀਨਰੀ, ਕੈਸ਼, ਸਟਾਕ। ਆਪਾਂ ਇਹ ਸਾਰੀ ਚੀਜ਼ਾਂ ਨੂੰ ਟੱਚ ਕਰ ਸਕਦੇ ਹਾਂ, ਸੋ ਇਟਸ ਕਾਲਡ ਟੈਂਜੀਬਲ ਐਸੈਟਸ। ਇੰਟੈਂਜੀਬਲ ਐਸੈਟਸ, these assets don't have any physical existence which means it cannot be touched। ਇਹਨਾਂ ਦੀ ਕੋਈ ਫਿਜ਼ੀਕਲ ਐਗਜ਼ਿਸਟੈਂਸ ਨਹੀਂ ਹੁੰਦੀ, ਇਹਨਾਂ ਨੂੰ ਆਪਾਂ ਟੱਚ ਨਹੀਂ ਕਰ ਸਕਦੇ। ਫੋਰ ਐਗਜ਼ਾਮਪਲ ਗੁੱਡਵਿਲ। ਹੁਣ ਗੁੱਡਵਿਲ ਕੀ ਹੁੰਦਾ ਹੈ? ਇਹ ਬਹੁਤ ਇੰਪੋਰਟੈਂਟ ਟਰਮ ਹੈ ਜਿਹਦੇ ਉੱਪਰ ਤੁਹਾਨੂੰ ਇੱਕ ਕੁਐਸਚਨ ਪੱਕਾ ਆਊਗਾ ਹੀ ਆਊਗਾ। ਗੁੱਡਵਿਲ ਦੀ ਅਗਰ ਆਪਾਂ ਐਗਜ਼ਾਮਪਲ ਦੇਖੀਏ ਕਿ ਗੁੱਡਵਿਲ ਕੀ ਹੁੰਦਾ ਹੈ, ਆਪਾਂ ਰੀਅਲ ਲਾਈਫ ਐਗਜ਼ਾਮਪਲ ਲੈਂਦੇ ਹਾਂ। ਸਪੋਜ਼ ਕਰੋ ਤੁਸੀਂ ਹਲਦੀਰਾਮ ਗਏ ਅਤੇ ਉੱਥੇ ਤੁਹਾਨੇ ਪਰਾਂਠਾ ਔਡਰ ਕੀਤਾ। ਜਿਹੜਾ ਹਲਦੀਰਾਮ 'ਤੇ ਪਰਾਂਠਾ ਹੋਊਗਾ ਉਹ ਤੁਹਾਨੂੰ ਮਿਲੂਗਾ 70 ਰੁਪੀਜ਼ ਦਾ, ਅਤੇ ਤੁਸੀਂ ਉਹੀ ਜੇ ਪਰਾਂਠਾ ਆਪਣੇ ਲੋਕਲ ਸ਼ਹਿਰ ਵਿੱਚ ਔਡਰ ਕਰਦੇ ਹੋ ਤਾਂ ਤੁਹਾਨੂੰ ਉਹ ਮਿਲ ਜਾਂਦਾ 15 ਰੁਪੀਜ਼ ਦਾ। ਇਹ ਜਿਹੜਾ ਡਿਫਰੈਂਸ ਹੈ ਮਨੀ ਦਾ, ਇਹ ਕਿਉਂ ਹੈ? ਕੁਆਲਿਟੀ ਸੇਮ ਹੈ, ਮਟੀਰੀਅਲ ਸੇਮ ਹੈ, ਬਿਕੋਜ਼ ਜਿਹੜਾ ਹਲਦੀਰਾਮ ਉਹ ਇੱਕ ਬ੍ਰੈਂਡ ਹੈ। ਬ੍ਰੈਂਡ ਕਿਉਂ ਹੈ? ਕਿਉਂਕਿ ਉਹਦੀ ਗੁੱਡਵਿਲ ਹੈ ਮਾਰਕੀਟ 'ਚ, ਕਿਉਂਕਿ ਉਹਦੀ ਹਰ ਇੱਕ ਤਾਰੀਫ ਕਰਦੇ ਹਾਂ ਕਿ ਹਾਂ ਹਲਦੀਰਾਮ ਦਾ ਅਗਰ ਪ੍ਰੋਡਕਟ ਹੈ ਤਾਂ ਇਹਦੀ ਕੁਆਲਿਟੀ ਹੈ ਜੋ ਉਹ ਅੱਛੀ ਹੋਊਗੀ, ਇਹਨੂੰ ਕਹਿੰਦੇ ਆਪਾਂ ਗੁੱਡਵਿਲ। ਪੇਟੈਂਟਸ ਕੀ ਹੁੰਦੇ ਆ? ਜਦੋਂ ਕੋਈ ਕੰਪਨੀ ਆਪਣਾ ਡਿਜ਼ਾਈਨ ਰਜਿਸਟਰ ਕਰਵਾ ਲੇ ਤਾਂ ਕਿ ਕੋਈ ਕੰਪਨੀ ਉਹਨੂੰ ਕਾਪੀ ਨਾ ਕਰਵਾ ਸਕੇ, ਉਹਨੂੰ ਆਪਾਂ ਪੇਟੈਂਟ ਕਹਿੰਦੇ ਹਾਂ। ਠੀਕ ਹੈ, ਇਹ ਡਿਜ਼ਾਈਨ ਦੇ ਰਿਲੇਟਿਡ ਵਰਡ ਯੂਜ਼ ਕੀਤਾ ਜਾਂਦਾ। ਟ੍ਰੇਡਮਾਰਕ ਕੀ ਹੈ? ਹੁਣ ਸਪੋਜ਼ ਕਰੋ ਤੁਸੀਂ ਟਾਟਾ ਲਿਖਿਆ ਦੇਖਦੇ ਹੋ, ਕਿਉਂਕਿ ਜਿਹੜਾ ਟਾਟਾ ਹੈ ਸਿਰਫ ਟਾਟਾ ਵਰਡ, ਇਹ ਇੱਕ ਟ੍ਰੇਡਮਾਰਕ ਹੈ ਜਿਹੜਾ ਰਿਪਰਜੈਂਟ ਕਰਦਾ ਹੈ ਟਾਟਾ ਗਰੁੱਪ ਆਫ ਕੰਪਨੀਜ਼ ਨੂੰ। ਠੀਕ, ਹੁਣ ਦੇਖਦੇ ਹਾਂ ਕਾਪੀਰਾਈਟਸ ਕੀ ਹੁੰਦਾ ਹੈ। ਕਾਪੀਰਾਈਟਸ, ਤੁਸੀਂ ਕੋਈ ਗਾਣਾ ਸੁਣਦੇ ਹੋ ਜਾਂ ਤੁਸੀਂ ਕੋਈ ਵੀਡੀਓ ਵਗੈਰਾ ਦੇਖਦੇ ਹੋ, ਉਹਦੇ ਨੀਚੇ ਲਿਖਿਆ ਆਉਂਦਾ ਹੁੰਦਾ ਹੈ ਕਿ ਕਾਪੀਰਾਈਟਸ। ਜਦੋਂ ਕੋਈ ਸਿੰਗਰ ਆਪਣਾ ਗਾਣਾ ਗਾਉਂਦਾ ਉਹ ਕਾਪੀਰਾਈਟ ਕਰਵਾ ਲੈਂਦਾ ਹੈ ਤਾਂ ਕਿ ਉਹ ਅਗਰ ਸੌਂਗ ਹੈ ਜਿਹੜਾ ਉਹ ਅਗਰ ਕਿਸੇ ਮੂਵੀ 'ਚ ਯੂਜ਼ ਕਰਨਾ ਹੈ ਤਾਂ ਮੂਵੀ ਵਾਲੇ ਨੂੰ ਪਹਿਲਾਂ ਸਿੰਗਰ ਤੋਂ ਉਹਦੇ ਕਾਪੀਰਾਈਟਸ ਪਰਚੇਸ ਕਰਨੇ ਪੈਂਦੇ ਹਨ, ਜਿਸ ਤੋਂ ਸਿੰਗਰ ਨੂੰ ਇਨਕਮ ਅਰਨ ਹੁੰਦੀ ਹੈ। ਤਾਂ ਕਾਪੀਰਾਈਟ ਇੱਕ ਐਸੀ ਚੀਜ਼ ਹੁੰਦੀ ਹੈ ਜਿਸ ਤੋਂ ਬਿਨਾਂ ਤੁਸੀਂ ਕਿਸੇ ਹੋਰ ਦੀ ਚੀਜ਼ ਨੂੰ ਕਾਪੀ ਨਹੀਂ ਕਰ ਸਕਦੇ। ਇਹ ਤੁਹਾਨੂੰ ਇੰਨਾ ਡੀਪ ਜਾਣ ਦੀ ਲੋੜ ਨਹੀਂ ਹੈਗੀ ਇਹ ਤਿੰਨਾਂ ਚੀਜ਼ਾਂ 'ਚ। ਮੇਨਲੀ ਇਸ 'ਚ ਆਪਾਂ ਨੂੰ ਗੁੱਡਵਿਲ ਯਾਦ ਰੱਖਣਾ ਪਊਗਾ ਕਿ ਕੀ ਹੁੰਦਾ, ਕਿਉਂਕਿ ਪੁੱਛਿਆ ਜਾਊਗਾ ਕਿ ਗੁੱਡਵਿਲ ਐਸੀ ਕਿਹੜੀ ਐਸੈਟ ਹੈ, ਤਾਂ ਤੁਸੀਂ ਦੱਸੋ। ਹੁਣ ਆਪਾਂ ਨੈਕਸਟ ਪੜ੍ਹਦੇ ਹਾਂ ਕਿ ਲਾਇਬਿਲਿਟੀਜ਼ ਕੀ ਹੁੰਦਾ। ਲਾਇਬਿਲਿਟੀਜ਼, ਦ ਥਿੰਗਸ ਵਿਚ ਇਨਕਰੀਜ਼ ਦ ਐਕਸਪੈਂਸ ਆਫ ਦ ਬਿਜ਼ਨਸ ਔਰ ਵਿਚ ਓਜ਼ ਟੂ ਐਨੀ ਆਊਟਸਾਈਡਰ। ਉਹ ਚੀਜ਼ਾਂ ਜਿਹੜੀਆਂ ਆਪਣੀ ਬਿਜ਼ਨਸ ਦਾ ਖਰਚਾ ਵਧਾਉਂਦੀਆਂ ਨੇ ਜਾਂ ਫਿਰ ਜਿਹੜੀਆਂ ਆਪਾਂ ਨੇ ਬਾਹਰੋਂ ਲਿੱਤੀਆਂ ਹੋਈਆਂ ਨੇ ਐਜ਼ ਏ ਕਿਰਾਏ 'ਤੇ, ਅਤੇ ਆਪਾਂ ਦੇ ਉੱਪਰ ਲਾਇਬਿਲਿਟੀ ਉਹਨੂੰ ਪੇ ਕਰਨ ਦੀ। ਆਪਾਂ ਨੇ ਹਜੇ ਇੱਕ ਆਪਣੇ ਉੱਪਰ ਬੋਝ ਹੈ ਕਿ ਆਪਾਂ ਨੇ ਉਹ ਚੀਜ਼ ਰਿਟਰਨ ਕਰਨੀ ਹੈ। ਲਾਇਬਿਲਿਟੀਜ਼ ਇੱਕ ਆਪਣੇ ਲਈ ਓਬਲੀਗੇਸ਼ਨ ਹੁੰਦੀ ਹੈ ਬਿਜ਼ਨਸ ਲਈ, ਅਤੇ ਜਿਹੜੀ ਐਸੈਟ ਹੁੰਦੀ ਹੈ ਉਹ ਇੱਕ ਆਪਣਾ ਰਿਸੋਰਸ ਹੁੰਦਾ ਹੈ ਕਿਉਂਕਿ ਆਪਾਂ ਉਹ ਤੋਂ ਇਨਕਮ ਜਨਰੇਟ ਕਰਦੇ ਹਾਂ, ਅਤੇ ਲਾਇਬਿਲਿਟੀਜ਼ ਹਜੇ ਆਪਾਂ ਨੇ ਚੀਜ਼ ਵਾਪਿਸ ਕਰਨੀ ਹੁੰਦੀ ਹੈ, ਤਾਂ ਇਸ ਲਈ ਇਹ ਇੱਕ ਓਬਲੀਗੇਸ਼ਨ ਹੁੰਦੀ ਹੈ ਬਿਜ਼ਨਸ ਦੇ ਉੱਪਰ। ਫੋਰ ਐਗਜ਼ਾਮਪਲ ਏ 'ਤੇ ਵੀ ਕੋਈ ਸ਼ੋਰੂਮ 'ਚ ਜਾਂਦੇ ਹੈ ਕੋਈ ਡਰੈਸ ਪਰਚੇਸ ਕਰਨ, ਇਹਨੂੰ ਕੋਈ ਡਰੈਸ ਪਸੰਦ ਆਉਂਦੀ ਹੈ ਜਿਹਦੀ ਪ੍ਰਾਈਸ ਹੁੰਦੀ ਹੈ 2000 ਰੁਪਏ, ਲੇਕਿਨ ਜਦੋਂ ਇਹ ਬਿੱਲ ਪੇ ਕਰਨ ਲੱਗਦਾ ਤਾਂ ਉਹ ਦੇਖਦਾ ਕਿ ਉਹਦੀ ਜੇਬ 'ਚ ਸਿਰਫ 1200 ਰੁਪਏ ਹੀ ਨੇ, ਤਾਂ ਉਹ 800 ਰੁਪਇਆ ਆਪਣੇ ਫਰੈਂਡ ਤੋਂ ਲੈ ਲੈਂਦਾ ਹੈ ਕਿ ਮੈਂ ਤੈਨੂੰ ਇਹ 800 ਰੁਪਇਆ ਵਾਪਿਸ ਕਰ ਦੂੰਗਾ ਕੁਛ ਟਾਈਮ ਦੇ ਅੰਦਰ ਅੰਦਰ, ਤਾਂ ਤੂੰ ਮੈਨੂੰ ਦੇ ਦੇ। ਤਾਂ ਜਿਹੜਾ ਉਹ 800 ਰੁਪਇਆ ਹੋ ਗਿਆ ਉਹ ਇੱਕ ਏ ਦੇ ਉੱਪਰ ਲਾਇਬਿਲਿਟੀ ਹੋ ਗਈ, ਕਿਉਂਕਿ ਉਹ 800 ਰੁਪਏ ਬੀ ਦੇ ਸੀਗੇ ਜਿਹੜੇ ਏ ਨੇ ਹਜੇ ਦੇਣੇ ਹੈ। ਠੀਕ ਹੈ, ਆਈ ਹੋਪ ਤੁਹਾਨੂੰ ਇਹ ਐਗਜ਼ਾਮਪਲ ਨਾਲ ਲਾਇਬਿਲਿਟੀ ਦਾ ਮਤਲਬ ਕਲੀਅਰ ਹੋ ਗਿਆ ਹੋਊਗਾ ਕਿ ਲਾਇਬਿਲਿਟੀ ਕੀ ਹੁੰਦਾ ਹੈ। ਹੁਣ ਆਪਾਂ ਇਹਦੀਆਂ ਦੋ ਟਾਈਪਸ ਪੜ੍ਹਾਂਗੇ, ਨੋਨ ਕਰੰਟ ਲਾਇਬਿਲਿਟੀ ਅਤੇ ਕਰੰਟ ਲਾਇਬਿਲਿਟੀਜ਼। ਆਪਾਂ ਪੜ੍ਹਾਂਗੇ ਨੋਨ ਕਰੰਟ ਲਾਇਬਿਲਿਟੀਜ਼। ਦੀਜ਼ ਆਰ ਦ ਲੌਂਗ ਟਰਮ ਲਾਇਬਿਲਿਟੀਜ਼ ਵਿਚ ਕੈਨ ਨਾਟ ਬੀ ਪੇਡ ਵਿਦਇਨ 1 ਈਅਰ। ਇਹ ਉਹ ਲਾਇਬਿਲਿਟੀ ਹੁੰਦੀਆਂ ਜਿਨ੍ਹਾਂ ਨੂੰ ਆਪਾਂ 1 ਸਾਲ ਤੋਂ ਪਹਿਲਾਂ ਰੀਪੇ ਨਹੀਂ ਕਰਦੇ ਹੈਗੇ। ਫੋਰ ਐਗਜ਼ਾਮਪਲ ਤੁਸੀਂ ਬੈਂਕ ਤੋਂ ਲੋਨ ਲੈਂਦੇ ਹੋ ਅਗਰ 2 ਸਾਲ ਲਈ,
ਤਾਂ ਉਹ ਤੁਹਾਡੀ ਲੌਂਗ ਟਰਮ ਲਾਇਬਿਲਿਟੀ ਬਣ ਗਈ। ਨੌਨ ਕਰੰਟ ਲਾਇਬਿਲਿਟੀ ਵੀ ਕਹਿ ਦਿੰਦੇ ਆ ਤੇ ਉਹਨੂੰ ਆਪਾਂ ਲੌਂਗ ਟਰਮ ਲਾਇਬਿਲਿਟੀ ਵੀ ਕਹਿ ਦਿੰਦੇ ਆ, ਕਿਉਂਕਿ ਜਿਹੜਾ ਤੁਸੀਂ ਬੈਂਕ ਨੂੰ ਲੋਨ ਚੁਕਾਉਣਾ ਹੈ ਉਹ ਤੁਹਾਨੂੰ 2 ਸਾਲ ਤੱਕ ਚੁਕਾਉਣਾ ਹੈ। ਅਗਰ ਸਪੋਜ਼ ਕਰੋ ਉਹੀ ਲੋਨ ਤੁਸੀਂ 1 ਸਾਲ ਦੇ ਅੰਦਰ ਅੰਦਰ ਚੁਕਾਉਣਾ ਹੋਵੇ, ਤੁਹਾਨੂੰ 6 ਮਹੀਨੇ ਲਈ ਲੋਨ ਲਿੱਤਾ ਹੈ, ਤਾਂ ਉਹ ਤੁਹਾਡੇ ਲਈ ਇੱਕ ਕਰੰਟ ਲਾਇਬਿਲਿਟੀ ਬਣ ਜੂਗੀ। ਸੋ ਕਰੰਟ ਲਾਇਬਿਲਿਟੀ ਦਾ ਮਤਲਬ ਵੀ ਆਪਾਂ ਨੂੰ ਇੱਥੋਂ ਕਲੀਅਰ ਹੋ ਰਿਹਾ ਕਿ ਦੀਜ਼ ਆਰ ਦਾ ਸ਼ਾਰਟ ਟਰਮ ਲਾਇਬਿਲਿਟੀਜ਼ ਵਿਚ ਹੈਜ਼ ਟੂ ਪੇ ਵਿਦ ਇਨ ਅ ਈਅਰ। 1 ਸਾਲ ਦੇ ਅੰਦਰ ਅੰਦਰ ਆਪਾਂ ਨੂੰ ਉਹਦੀ ਵੈਲਿਊ ਰੀਪੇ ਕਰਨੀ ਪਊਗੀ। ਇਹਦੀ ਐਗਜ਼ਾਮਪਲ ਦੇਖੀਏ ਤਾਂ ਕੀ ਹੁੰਦਾ, ਕ੍ਰੈਡੀਟਰਸ, ਬੈਂਕ ਓਵਰਡਰਾਫਟ, ਆਊਟਸਟੈਂਡਿੰਗ ਐਕਸਪੈਂਸਿਸ। ਤਾਂ ਕ੍ਰੈਡੀਟਰਸ ਕੀ ਹੁੰਦੇ ਨੇ? ਕ੍ਰੈਡੀਟਰਸ ਉਹ ਹੁੰਦੇ ਨੇ ਜਿਨ੍ਹਾਂ ਤੋਂ ਆਪਾਂ ਨੇ ਉਧਾਰ ਮਾਲ ਖਰੀਦਿਆ ਹੁੰਦਾ। ਠੀਕ ਹੈ, ਹੁਣ ਸਪੋਜ਼ ਕਰੋ ਮੈਨੇ ਆਪਣੇ ਬਿਜ਼ਨਸ ਲਈ ਕੋਈ ਚੀਜ਼ ਮੰਗਵਾਈ ਹੈ ਆਪਣੇ ਸਪਲਾਇਰ ਤੋਂ, ਅਤੇ ਮੇਰੇ ਕੋਲ ਜ਼ਿਆਦਾ ਪੈਸੇ ਨਹੀਂ ਸੀ, ਤਾਂ ਮੈਂ ਉਹਨੂੰ ਕਹਿਤਾ ਕਿ ਮੈਨੂੰ ਉਧਾਰ 'ਤੇ ਦੇ ਦੇ, ਤਾਂ ਮੈਂ ਉਹਦੇ ਲਈ ਡੈਟਰ ਹੋ ਗਿਆ, ਅਤੇ ਜਿਹੜਾ ਮੇਰਾ ਸਪਲਾਇਰ ਹੈ ਮੇਰੇ ਲਈ ਕੀ ਹੋ ਗਿਆ, ਕ੍ਰੈਡੀਟਰਸ, ਕਿਉਂਕਿ ਮੈਨੇ ਉਹਨੂੰ ਉਹਦੇ ਪੈਸੇ ਹਜੇ ਵਾਪਿਸ ਦੇਣੇ ਹੈ। ਸੋ ਕ੍ਰੈਡੀਟਰਸ ਵਰਡ ਹੈ ਇਹ ਸਪਲਾਇਰ ਦੇ ਨਾਲ ਲਿੰਕ ਹੁੰਦਾ। ਠੀਕ ਹੈ, ਪਰਚੇਜ਼ ਔਨ ਕ੍ਰੈਡਿਟ, ਜਦੋਂ ਮੈਂ ਪਰਚੇਜ਼ ਕਰੂੰਗਾ ਕ੍ਰੈਡਿਟ 'ਤੇ ਉਹਨੂੰ ਆਪਾਂ ਕਹਿੰਦੇ ਹਾਂ ਕ੍ਰੈਡੀਟਰਸ। ਠੀਕ ਹੈ, ਇਹਨੂੰ ਆਪਾਂ ਅਕਾਊਂਟ ਪੇਏਬਲ ਵੀ ਬੋਲਦੇ ਹਾਂ, ਕਿਉਂਕਿ ਆਪਾਂ ਨੇ ਹਜੇ ਪੈਸੇ ਦੇਣੇ ਆ। ਉਸ ਤੋਂ ਬਾਅਦ ਟਰਮ ਆਉਂਦੀ ਹੈ ਬੈਂਕ ਓਵਰਡਰਾਫਟ। ਸਪੋਜ਼ ਕਰੋ ਤੁਸੀਂ ATM 'ਚ ਗਏ ਪੈਸੇ ਕਢਵਾਉਣ, ਤੁਹਾਨੂੰ 5000 ਦੀ ਲੋੜ ਹੈ, ਲੇਕਿਨ ਤੁਹਾਡੇ ਜਿਹੜਾ ਬੈਂਕ 'ਚ ਅਕਾਊਂਟ ਆ ਉਹ 3000 ਹੀ ਹੈ। ਹੁਣ ਕਈ ਲੋਕਾਂ ਦੀ ਬੈਂਕ ਓਵਰਡਰਾਫਟ ਦੀ ਲਿਮਿਟ ਬਣੀ ਹੁੰਦੀ ਹੈ ਕਿ ਉਹ ਅਵੇਲੇਬਲ ਬੈਲੈਂਸ ਤੋਂ ਜ਼ਿਆਦਾ ਪੈਸਾ ਆਪਣੇ ਲਈ ਕਢਵਾ ਸਕਦੇ ਆ। ਤਾਂ ਜਿਨ੍ਹਾਂ ਦੀ ਲਿਮਿਟ ਬਣੀ ਹੁੰਦੀ ਹੈ, ਹੁਣ ਉਹਨਾਂ ਨੂੰ ਅਗਰ 5000 ਚਾਹੀਦਾ, ਅਗਰ ਉਹਨਾਂ ਦੇ ATM 'ਚ 3000 ਵੀ ਸ਼ੋਅ ਕਰ ਰਿਹਾ, ਤਾਂ ਵੀ ਉਹ 2000 ਐਕਸਟਰਾ ਕਢਵਾ ਸਕਦੇ ਆ, ਉਹਨਾਂ ਦਾ ਬੈਲੈਂਸ ਨੈਗੇਟਿਵ 'ਚ ਚਲੇ ਜਾਊਗਾ। ਉਹਨੂੰ ਆਪਾਂ ਬੈਂਕ ਓਵਰਡਰਾਫਟ ਕਹਿੰਦੇ ਆ। ਇਹ ਇੱਕ ਸ਼ਾਰਟ ਪੀਰੀਅਡ ਲੋਨ ਸਮਝੋ। ਆਊਟਸਟੈਂਡਿੰਗ ਐਕਸਪੈਂਸਿਸ, ਆਊਟਸਟੈਂਡਿੰਗ ਜਿਵੇਂ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਰਿਹਾ ਸਟੈਂਡਿੰਗ, ਖੜੇ ਹੋਣਾ, ਤਾਂ ਜਿਹੜੇ ਐਕਸਪੈਂਸਿਸ ਆਪਣੇ ਹਜੇ ਖੜੇ ਆ, ਸਪੋਜ਼ ਕਰੋ ਤੁਹਾਨੂੰ 3 ਮਹੀਨੇ ਦੀ ਹਜੇ ਸੈਲਰੀ ਆਪਣੇ ਵਰਕਰ ਨੂੰ ਨਹੀਂ ਦਿੱਤੀ, ਤਾਂ ਉਹ ਤੁਹਾਡੇ ਲਈ ਇੱਕ ਆਊਟਸਟੈਂਡਿੰਗ ਐਕਸਪੈਂਸ ਹੋ ਗਿਆ, ਤੁਹਾਡੇ ਉੱਪਰ ਲਾਇਬਿਲਿਟੀ ਹੋ ਗਈ ਕਿ ਤੁਹਾਨੂੰ ਹਜੇ 3 ਮਹੀਨੇ ਦੇ ਪੈਸੇ ਹੈ, ਤੁਹਾਨੂੰ ਆਪਣੇ ਵਰਕਰ ਨੂੰ ਉਹ ਹਜੇ ਦੇਣੇ ਹੈ। ਸੋ ਆਊਟਸਟੈਂਡਿੰਗ ਜਿੱਥੇ ਵੀ ਵਰਡ ਆ ਗਿਆ ਤਾਂ ਤੁਹਾਨੂੰ ਅੱਖਾਂ ਬੰਦ ਕਰਕੇ ਟਿਕ ਲਗਾ ਦੇਣੀ ਹੈ ਕਿ ਇਹ ਲਾਇਬਿਲਿਟੀ ਹੈ। ਆਪਾਂ ਪਿੱਛੇ ਪੜ੍ਹਿਆ ਸੀਗਾ ਪ੍ਰੀਪੇਡ ਐਕਸਪੈਂਸਿਸ, ਜਿੱਥੇ ਪ੍ਰੀਪੇਡ ਆ ਗਿਆ ਉਹ ਐਸੈਟ, ਜਿੱਥੇ ਆਊਟਸਟੈਂਡਿੰਗ ਆ ਗਿਆ ਉਹ ਲਾਇਬਿਲਿਟੀ। ਉਵੇਂ ਕ੍ਰੈਡੀਟਰਸ ਪਰਚੇਜ਼ ਔਨ ਕ੍ਰੈਡਿਟ ਅਤੇ ਡੈਟਰਸ ਸੇਲ ਔਨ ਕ੍ਰੈਡਿਟ। ਸੋ ਇਹ 4 ਟਰਮਸ ਤੁਹਾਨੂੰ ਯਾਦ ਰੱਖਣੀਆਂ ਨੇ, ਡੈਟਰਸ, ਸੇਲ ਔਨ ਕ੍ਰੈਡਿਟ, ਕ੍ਰੈਡੀਟਰਸ, ਪਰਚੇਜ਼ ਔਨ ਕ੍ਰੈਡਿਟ। ਠੀਕ ਹੈ, ਥਰਡ ਟਰਮ ਕੀ ਹੈ, ਪ੍ਰੀਪੇਡ ਐਕਸਪੈਂਸਿਸ, ਅਤੇ ਫੋਰਥ ਕੀ ਹੈ, ਆਊਟਸਟੈਂਡਿੰਗ ਐਕਸਪੈਂਸਿਸ। ਤਾਂ ਇਹ 4 ਟਰਮਸ ਦੇ ਤੁਹਾਨੂੰ ਮਤਲਬ ਯਾਦ ਰੱਖਣੇ ਕੀ ਹੁੰਦੇ ਆ। ਇਹ 4 ਟਰਮਸ ਮੋਸਟਲੀ ਕੁਐਸਚਨਸ 'ਚ ਯੂਜ਼ ਕੀਤੀਆਂ ਜਾਂਦੀਆਂ ਪੇਪਰ 'ਚ, ਇਹਦੇ ਰਿਗਾਰਡਿੰਗ ਆ ਜਾਂਦਾ ਕਿ ਡੈਟਰਸ ਕੀ ਹੈ, ਕਿਹੜੀ ਹੈ ਆਪਣੀ ਕਰੰਟ ਐਸਟ ਹੈ, ਕੀ ਹੈ ਕ੍ਰੈਡੀਟਰਸ, ਕੀ ਹੈ ਪ੍ਰੀਪੇਡ ਐਕਸਪੈਂਸਿਸ, ਕੀ ਹੈ ਅਤੇ ਆਊਟਸਟੈਂਡਿੰਗ ਐਕਸਪੈਂਸਿਸ ਕੀ ਹੈ। ਹੁਣ ਆਪਾਂ ਨੇ ਐਸਟਸ ਅਤੇ ਲਾਇਬਿਲਿਟੀ ਸਮਝ ਲਿਆ ਕੀ ਹੁੰਦਾ। ਹੁਣ ਆਪਾਂ ਇਹਨਾਂ ਦੇ ਕੁਐਸਚਨਸ ਦੇਖਾਂਗੇ, ਤਾਂ ਤੁਸੀਂ ਇਹਨਾਂ ਦੇ ਆਨਸਰ ਪਹਿਲਾਂ ਹੀ ਸੋਚਣ ਦੀ ਕੋਸ਼ਿਸ਼ ਕਰਿਓ ਕਿ ਕੀ ਹੋਣੇ ਚਾਹੀਦੇ ਆ, ਜਿੰਨਾ ਨਾਲ ਤੁਹਾਡੀ ਨਾਲ ਪ੍ਰੈਕਟਿਸ ਹੋ ਜਾਊਗੀ। ਸੋ ਆਪਾਂ ਦੇਖਦੇ ਹਾਂ ਫਸਟ ਕੁਐਸਚਨ, ਵਿਚ ਆਫ ਦਾ ਫੋਲੋਇੰਗ ਆਈਟਮ ਇਜ਼ ਟ੍ਰੀਟਡ ਐਜ਼ ਏ ਟੈਂਜੀਬਲ ਫਿਕਸ ਐਸਟ। ਟੈਂਜੀਬਲ ਫਿਕਸ ਐਸਟ ਕਿਹੜੀ ਹੈ ਇਹਨਾਂ 'ਚੋਂ? ਟੈਂਜੀਬਲ ਮਤਲਬ ਜਿਹਨੂੰ ਆਪਾਂ ਟੱਚ ਕਰ ਸਕਦੇ ਹਾਂ, ਫਿਕਸ ਐਸਟ ਜਿਹੜੀ 1 ਸਾਲ ਤੋਂ ਜ਼ਿਆਦਾ ਲਈ ਆਪਾਂ ਨੂੰ ਆਪਣੇ ਬਿਜ਼ਨਸ 'ਚ ਰੱਖਦੇ ਹਾਂ। A ਗੁੱਡਵਿਲ, B ਲੈਂਡ ਐਂਡ ਬਿਲਡਿੰਗ, C ਟ੍ਰੇਡਮਾਰਕ ਔਰ D ਕਾਪੀਰਾਈਟਸ। ਤਾਂ ਇਹਦਾ ਸਹੀ ਆਨਸਰ ਕੀ ਹੈ, ਲੈਂਡ ਐਂਡ ਬਿਲਡਿੰਗ, ਕਿਉਂਕਿ ਲੈਂਡ ਐਂਡ ਬਿਲਡਿੰਗ 'ਚ ਬਹਿ ਕੇ ਹੀ ਆਪਾਂ ਆਪਣਾ ਬਿਜ਼ਨਸ ਰਨ ਕਰਦੇ ਹਾਂ, ਅਤੇ ਇਹਨੂੰ ਆਪਾਂ ਆਪਣਾ ਜਦ ਤੱਕ ਆਪਣਾ ਬਿਜ਼ਨਸ ਚੱਲਦਾ ਉਦੋਂ ਤੱਕ ਆਪਾਂ ਇਹਨੂੰ ਰੱਖਦੇ ਹਾਂ, ਲੌਂਗ ਟਰਮ ਲਈ ਹੁੰਦੀ ਹੈ, ਅਤੇ ਇਹਨੂੰ ਆਪਾਂ ਟੱਚ ਕਰ ਸਕਦੇ ਹਾਂ। ਸੈਕਿੰਡ ਕੁਐਸਚਨ, ਗੁੱਡਵਿਲ ਕਿਹੜਾ ਐਸਟ ਹੈ? ਕਰੰਟ ਐਸਟ, ਫਿਕਟੀਸ਼ੀਅਸ ਐਸਟ, ਟੈਂਜੀਬਲ ਐਸਟ ਜਾਂ ਫਿਰ ਇਨਟੈਂਜੀਬਲ ਐਸਟ। ਗੁੱਡਵਿਲ ਤੁਹਾਨੂੰ ਮੈਂ ਦੱਸਿਆ ਸੀਗਾ ਹਲਦੀਰਾਮ ਦੀ ਐਗਜ਼ਾਮਪਲ ਦੇ ਕੇ, ਯਾਦ ਰੱਖਿਓ, ਪਰਾਂਠੇ ਦੀ ਐਗਜ਼ਾਮਪਲ ਦਿੱਤੀ ਸੀਗੀ। ਸੋ ਇਹ ਇਨਟੈਂਜੀਬਲ ਐਸਟ ਹੋਏਗਾ।
ਵਿਚ ਆਫ ਦਾ ਫੋਲੋਇੰਗ ਆਈਟਮ ਇਜ਼ ਟ੍ਰੀਟਡ ਐਜ਼ ਕਰੰਟ ਐਸੈਟ। ਇਹਨਾਂ ਚੋਂ ਕਰੰਟ ਐਸੈਟ ਕੀ ਹੈ? A debtors, B creditors, C outstanding expenses या फिर D furniture। अपना सही आंसर ਕੀ ਹੈ? debtors। ਜਿਹਨੂੰ ਆਪਾਂ ਨੇ ਉਧਾਰ ਤੇ ਮਾਲ ਵੇਚਿਆ, ਹਜੇ ਆਪਾਂ ਨੇ ਉਹ ਤੋਂ ਪੈਸੇ ਲੈਣੇ ਆ, ਉਹਨੂੰ ਆਪਾਂ ਡੈਟਰਸ ਕਹਿੰਦੇ ਆ। ਸੋ ਇਹ ਆਪਣੇ ਲਈ ਕਰੰਟ ਐਸੈਟ ਹੁੰਦੀ ਹੈ ਕਿਉਂਕਿ ਆਪਾਂ ਨੇ ਡੈਟਰਸ ਤੋਂ ਪੈਸੇ ਲੈਣੇ ਹੀ ਹੁੰਦੇ ਆ। ਹੁਣ ਆਪਾਂ ਫੋਰਥ ਕੁਐਸਚਨ ਦੇਖਦੇ ਹਾਂ ਕੀ ਹੈ। ਵਿਚ ਆਫ ਦਾ ਫੋਲੋਇੰਗ ਆਈਟਮ ਇਜ਼ ਟ੍ਰੀਟਡ ਐਜ਼ ਲਾਇਬਿਲਿਟੀ। ਲਾਇਬਿਲਿਟੀ ਕੀ ਹੁੰਦਾ? ਓਬਲੀਗੇਸ਼ਨ, ਜੋ ਆਪਣਾ ਖਰਚਾ ਕਰਵਾਉਂਦੀ ਹੈ। ਤਾਂ ਦੇਖੋ ਆਪਣੇ ਲਈ ਓਬਲੀਗੇਸ਼ਨ ਕੀ ਹੈ? ਲੋਨ ਫਰੋਮ ਬੈਂਕ, ਕ੍ਰੈਡੀਟਰਸ, ਆਊਟਸਟੈਂਡਿੰਗ ਐਕਸਪੈਂਸਿਸ। ਇਹ ਤਿੰਨੋਂ ਬਿਜ਼ਨਸ ਦੇ ਉੱਪਰ ਕੀ ਇੱਕ ਓਬਲੀਗੇਸ਼ਨ ਹੈ। ਲੋਨ ਆਪਾਂ ਨੇ ਰੀਪੇ ਕਰਨਾ ਹੁੰਦਾ ਹੈ, ਕ੍ਰੈਡੀਟਰ ਉਧਾਰ ਤੇ ਮਾਲ ਖਰੀਦਿਆ ਆਪਾਂ ਨੇ ਉਹਨੂੰ ਪੈਸੇ ਦੇਣੇ ਆ, ਆਊਟਸਟੈਂਡਿੰਗ ਐਕਸਪੈਂਸਿਸ, ਆਊਟਸਟੈਂਡਿੰਗ ਮਤਲਬ ਸਟੈਂਡਿੰਗ ਖਰਚਾ, ਯਾਨੀ ਕਿ ਆਪਾਂ ਨੇ ਹਜੇ ਸੈਲਰੀ ਦਿੱਤੀ ਨਹੀਂ ਆਪਣੇ ਵਰਕਰ ਨੂੰ, ਉਹ ਦੇਣੀ ਹੈ। ਸੋ ਇਹ ਆਊਟਸਟੈਂਡਿੰਗ ਐਕਸਪੈਂਸਿਸ ਹੋ ਗਿਆ। ਸੋ ਇਹਦਾ ਆਂਸਰ ਕੀ ਹੈ? ਡੀ, ਆਲ ਦੀ ਅਬਵ। ਫਿਫਥ ਕੁਐਸਚਨ, ਐਕਸ ਲੈਂਡਸ ਮਨੀ ਟੂ ਵਾਈ। ਐਕਸ ਹੈ ਉਹ ਵਾਈ ਨੂੰ ਕੁਛ ਮਨੀ ਦਿੰਦਾ ਹੈ। ਇਨ ਕੇਸ ਵਾਈ ਬਿਕਮਸ ਐਕਸ, ਤਾਂ ਜਿਹੜਾ ਵਾਈ ਹੈ ਉਹ ਐਕਸ ਦਾ ਕੀ ਬਣਿਆ? ਯਾਨੀ ਕਿ ਵਾਈ ਨੇ ਐਕਸ ਨੂੰ ਮਨੀ ਵਾਪਿਸ ਕਰਨੀ ਹੈ, ਐਕਸ ਨੇ ਮਨੀ ਲੈਣੀ ਹੈ ਵਾਈ ਤੋਂ, ਤਾਂ ਵਾਈ ਐਕਸ ਲਈ ਕੀ ਬਣਿਆ? ਡੈਟਰ, ਸੈਲਰ, ਕ੍ਰੈਡੀਟਰ ਔਰ ਨਨ ਆਫ ਦਾ ਅਬਵ। ਤਾਂ ਦੱਸੋ ਕੀ ਹੋਊਗਾ? ਇਹਦਾ ਸਹੀ ਆਂਸਰ ਹੈ ਡੈਟਰ। ਕਿਉਂ? ਕਿਉਂਕਿ ਐਕਸ ਨੇ ਵਾਈ ਤੋਂ ਮਨੀ ਲੈਣੀ ਹੈ, ਤਾਂ ਇਹਨਾਂ ਨੇ ਪੁੱਛਿਆ ਵੀ ਕੀ ਹੈ ਕਿ ਵਾਈ ਬਿਕਮ ਐਕਸ, ਸੋ ਵਾਈ ਇਜ਼ ਦਾ ਡੈਟਰ ਆਫ ਐਕਸ, ਕਿ ਵਾਈ ਨੇ ਐਕਸ ਨੂੰ ਹਜੇ ਪੈਸੇ ਲੌਟਾਣੇ ਆ। ਆਈ ਹੋਪ ਤੁਹਾਨੂੰ ਮੇਰਾ ਅੱਜ ਦਾ ਲੈਕਚਰ ਸਮਝ ਆ ਗਿਆ ਹੋਊਗਾ। ਹੁਣ ਆਪਾਂ ਦੇਖਦੇ ਹਾਂ ਜੋ ਆਪਾਂ ਨੇ ਸ਼ੁਰੂਆਤ 'ਚ ਤੁਹਾਨੂੰ ਮੈਂ ਕੁਐਸਚਨ ਦਿੱਤੇ ਸੀ ਉਹਨਾਂ ਦੇ ਆਨਸਰਸ ਕੀ ਹੈ। ਫਸਟ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਟਰਮ ਆਲਸੋ ਨੋਨ ਐਜ਼ ਪੀਰੀਓਡਿਸਿਟੀ ਅਜ਼ੰਪਸ਼ਨ। ਮੈਂ ਤੁਹਾਨੂੰ ਯਾਦ ਕਰਵਾਇਆ ਸੀ ਪੀਰੀਓਡਿਸਿਟੀ ਤੋਂ ਯਾਦ ਰੱਖਣਾ ਪੀਰੀਅਡ, ਇੱਥੇ ਵੀ ਪੀਰੀਅਡ ਵਰਡ ਯੂਜ਼ ਹੋ ਰਿਹਾ, ਅਕਾਊਂਟਿੰਗ ਪੀਰੀਅਡ। ਸੋ ਇਹਦਾ ਸਹੀ ਆਂਸਰ ਹੈ ਸੀ। ਬੀ ਕੁਐਸਚਨ, ਰੈਵਨਿਊ ਇਜ਼ ਜਨਰਲੀ ਰਿਕੋਗਨਾਈਜ਼ਡ ਐਟ ਦਾ ਪੁਆਇੰਟ ਆਫ ਸੇਲ, ਵਿਚ ਪ੍ਰਿੰਸੀਪਲ ਇਜ਼ ਅਪਲਾਈਡ ਹੇਅਰ ਇਨ। ਕਿ ਕਿਹੜਾ ਪ੍ਰਿੰਸੀਪਲ ਆਪਾਂ ਨੂੰ ਦੱਸਦਾ ਹੈ ਕਿ ਆਪਾਂ ਨੇ ਰੈਵਨਿਊ ਉਦੋਂ ਹੀ ਜਨਰੇਟ ਮੰਨ ਲੈਣੀ ਹੈ ਜਦੋਂ ਆਪਾਂ ਨੇ ਸੇਲ ਕਰਤੀ, ਵੈਦਰ ਉਹ ਕੈਸ਼ 'ਤੇ ਕੀਤੀ ਹੋਵੇ ਚਾਹੇ ਉਹ ਉਧਾਰੀ 'ਤੇ। ਤਾਂ ਇਹਦਾ ਸਹੀ ਆਂਸਰ ਕੀ ਹੈ? ਰੈਵਨਿਊ ਰਿਕੋਗਨੀਸ਼ਨ। ਰੈਵਨਿਊ ਤੋਂ ਯਾਦ ਰੱਖਣਾ ਤੁਹਾਨੇ, ਠੀਕ ਹੈ। ਹੁਣ ਆਪਾਂ ਦੇਖਦੇ ਹਾਂ ਥਰਡ ਕੁਐਸਚਨ, ਦ ਅਜ਼ੰਪਸ਼ਨ ਦੈਟ ਏ ਬਿਜ਼ਨਸ ਐਂਟਰਪ੍ਰਾਈਜ਼ ਵਿਲ ਨਾਟ ਬੀ ਸੋਲਡ ਔਰ ਲਿਕੁਇਡੇਟਿਡ ਇਨ ਦ ਨੀਅਰ ਫਿਊਚਰ ਇਜ਼ ਨੋਨ ਐਜ਼। ਸੋ ਦੱਸੋ ਕਿ ਆਪਣਾ ਜਿਹੜਾ ਬਿਜ਼ਨਸ ਆ ਉਹ ਲੌਂਗ ਟਰਮ ਚੱਲੂਗਾ, ਕਿ ਆਪਾਂ ਨੂੰ ਸੋਲਡ ਨਹੀਂ ਕਰਾਂਗੇ, ਤਾਂ ਕਿਹੜਾ ਪ੍ਰਿੰਸੀਪਲ ਦੱਸਦਾ? ਮੈਂ ਤੁਹਾਨੂੰ ਲੌਂਗ ਟਰਮ ਤੋਂ ਯਾਦ ਕਰਾਇਆ ਸੀਗਾ। ਲੌਂਗ ਟਰਮ ਕਿਵੇਂ ਚੱਲੂਗਾ? ਅਗਰ ਉਹ ਚੱਲਦਾ ਰਹੂਗਾ, ਗੋਇੰਗ ਕੰਸਰਨ, ਚੱਲਦੇ ਰਹਿਣਾ, ਕਿ ਲੌਂਗ ਟਰਮ ਤੱਕ ਆਪਣਾ ਬਿਜ਼ਨਸ ਚੱਲਦੇ ਰਹਿਣਾ। ਸੋ ਇਹਦਾ ਆਨਸਰ ਹੈ ਗੋਇੰਗ ਕੰਸਰਨ। ਮੇਰੀ ਤੁਹਾਡੇ ਤੋਂ ਇਹੀ ਰਿਕੁਐਸਟ ਹੈ ਕਿ ਤੁਸੀਂ ਇਹ ਵੀਡੀਓ ਨੂੰ ਧਿਆਨ ਨਾਲ ਸਮਝਿਓ, ਕਿਉਂਕਿ ਆਪਣਾ ਜਿਹੜਾ ਆਉਣ ਵਾਲਾ ਲੈਕਚਰ ਹੋਊਗਾ ਉਹ ਸਾਰਾ ਇਹਦੇ ਉੱਪਰ ਹੀ ਡਿਪੈਂਡ ਹੋਊਗਾ। ਸੋ ਅਕਾਊਂਟਸ ਬੇਸਿਕ ਕਲੀਅਰ ਕਰਨਾ ਸਭ ਤੋਂ ਇੰਪੋਰਟੈਂਟ ਹੁੰਦਾ ਹੈ, ਕਿਉਂਕਿ ਅਗਲੀਆਂ ਚੀਜ਼ਾਂ ਸਾਰੀਆਂ ਆਪਸ 'ਚ ਇੰਟਰਲਿੰਕ ਰਹਿਣੀਆਂ। ਥੈਂਕ ਯੂ।